ਸਤਿ ਸ਼੍ਰੀ ਅਕਾਲ ਦੋਸਤੋ, ਵੰਨਿਆ ਐਜੂਕੇਸ਼ਨ ਸਰਵਿਸ ਸੈਂਟਰ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਸੋ ਅੱਜ ਦੀ ਵੀਡੀਓ ਲੈ ਕੇ ਤੁਹਾਡੇ ਅੱਗੇ ਪੇਸ਼ ਹਾਂ। ਸੋ ਪੋਲਿਟੀ ਦੀ ਟੈਸਟ ਸੀਰੀਜ਼ ਚੱਲ ਰਹੀ ਹੈ, ਇਹਦੇ ਵਿੱਚ ਆਪਾਂ ਨੈਕਸਟ ਸੈਕੰਡ ਸੀਰੀਜ਼ ਹੈ ਆਪਣੀ। ਸੋ ਫਸਟ ਕੁਐਸਚਨ ਹੈ ਆਪਣਾ, ਇਨ ਇੰਡੀਅਨ ਪੋਲੀਟੀਕਲ ਸਿਸਟਮ ਵਿਚ ਵਨ ਆਫ ਦੀ ਸੁਪਰੀਮ, ਵੀ ਸਭ ਤੋਂ ਮੇਨ ਸੁਪਰੀਮ ਕਿਹੜੀ ਚੀਜ਼ ਹੈ ਸਾਡੇ ਪੋਲੀਟੀਕਲ ਸਿਸਟਮ 'ਚ। ਮੇਨ ਸਾਡੀ ਜਿਹੜੀ ਚੀਜ਼ ਹੈ ਉਹ ਕੀ ਹੈ, ਕੌਨਸਟੀਟਿਊਸ਼ਨ, ਸਾਡਾ ਸੰਵਿਧਾਨ। ਮੇਨ ਸੁਪਰੀਮ ਚੀਜ਼ ਕੀ ਹੈ, ਸੰਵਿਧਾਨ, ਕੌਨਸਟੀਟਿਊਸ਼ਨ। ਪਾਰਲੀਮੈਂਟ ਕੀ ਹੈ, ਪਾਰਲੀਮੈਂਟ ਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਦੇਸ਼ ਦੇ ਹਿੱਤਾਂ ਦੇ ਕਾਨੂੰਨ ਹੁੰਦੇ ਨੇ ਇੱਥੇ ਬਣਾਏ ਜਾਂਦੇ ਨੇ। ਜਿਹੜੀ ਪਾਰਲੀਮੈਂਟ ਹੈ, ਪੇਪਰ 'ਚ ਆਮ ਹੀ ਕੁਐਸਚਨ ਆਉਂਦਾ ਹੁੰਦਾ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ, ਜਿਹੜੀ ਤੁਹਾਡੀ ਪਾਰਲੀਮੈਂਟ ਸੰਸਦ ਕਿਹਨੂੰ ਮਿਲਾ ਕੇ ਬਣਦੀ ਹੈ। ਪਾਰਲੀਮੈਂਟ ਕੰਸਿਸਟ ਹੈਗਾ, ਪਾਰਲੀਮੈਂਟ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ, ਪ੍ਰੈਜ਼ੀਡੈਂਟ, ਰਾਜ ਸਭਾ ਤੇ ਲੋਕ ਸਭਾ, ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਬਣਦੀ ਹੈ ਆਪਣੀ ਪਾਰਲੀਮੈਂਟ। ਰਿਲੀਜਨ ਤਾਂ ਹੋ ਨਹੀਂ ਸਕਦਾ, ਕਿਉਂਕਿ ਆਪਣਾ ਇੰਡੀਆ ਕੀ ਇੱਕ ਸੈਕੂਲਰ ਕੰਟਰੀ ਹੈ। ਸੈਕੂਲਰ ਦਾ ਮਤਲਬ ਕੀ ਹੈ, ਧਰਮ ਨਿਰਪੱਖ। ਅਸੀਂ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ, ਫੈਲਾ ਸਕਦੇ ਹਾਂ, ਸਾਨੂੰ ਰਾਈਟ ਹੈ। ਸੁਪਰੀਮ ਕੋਰਟ ਜੋ ਸਾਡੀ ਸਰਵ ਉੱਚ ਅਦਾਲਤ ਹੈ। ਸੋ ਜਿਹੜਾ ਆਪਣੇ ਫਸਟ ਕੁਐਸਚਨ ਦਾ ਆਨਸਰ ਸੀ ਉਹ ਕੀ ਹੈ, ਬੀ ਹੈ। ਸੋ ਨੈਕਸਟ ਕੁਐਸਚਨ ਹੈ, ਦ ਕੰਸੈਪਟ ਆਫ ਜੁਡੀਸ਼ੀਅਲ ਰਿਵਿਊ। ਜੁਡੀਸ਼ੀਅਲ ਰਿਵਿਊ ਦਾ ਕੰਸੈਪਟ ਕਿੱਥੋਂ ਬਾਰੋ ਕੀਤਾ ਹੋਇਆ ਆਪਾਂ, ਸੈਕਿੰਡ ਦਾ ਹੈਗਾ ਬੀ, USA। ਕਿਉਂਕਿ ਆਪਾਂ ਆਪਣੇ ਇੰਡੀਆ ਦਾ ਕਨਸਟੀਟਿਊਸ਼ਨ ਸਾਰਾ ਬਾਰੋ ਕੀਤਾ ਹੋਇਆ ਹੈ ਕਿਸੇ ਨਾ ਕਿਸੇ ਕੰਟਰੀ ਤੋਂ, ਤਾਂ ਜੁਡੀਸ਼ੀਅਲ ਰਿਵਿਊ ਕਿੱਥੋਂ ਲਿਆ ਹੋਇਆ ਅਸੀਂ, USA ਤੋਂ। ਥਰਡ ਹੈ, ਦ ਆਈਡੀਆ ਆਫ ਦ ਪ੍ਰੀਐਂਬਲ ਹੈਜ਼ ਬੀਨ ਬਾਰੋਡ ਇਨ ਇੰਡੀਅਨ ਕਨਸਟੀਟਿਊਸ਼ਨ ਫਰੋਮ ਦ ਕਨਸਟੀਟਿਊਸ਼ਨ। ਵੀ ਜਿਹੜਾ ਸਾਡੇ ਸੰਵਿਧਾਨ ਦੇ ਅੱਗੇ ਪ੍ਰੀਐਂਬਲ ਹੈ, ਪ੍ਰੀਐਂਬਲ ਕੀ ਇੱਕ ਕਰਕਸ ਹੈ, ਸਾਰੇ ਸਾਡੇ ਸੰਵਿਧਾਨ ਦਾ ਸਾਰ ਹੈ। N.A. ਪਲਕੀਵਾਲਾ ਨੇ, N.A. ਪਲਕੀਵਾਲਾ, ਇਹਨੇ ਪ੍ਰੀਐਂਬਲ ਨੂੰ N.A. ਪਲਕੀਵਾਲਾ ਨੇ ਕੀ ਕਿਹਾ ਸੀਗਾ, ਆਇਡੈਂਟੀਟੀ ਕਾਰਡ ਆਫ ਦਾ ਇੰਡੀਅਨ ਕਨਸਟੀਟਿਊਸ਼ਨ, ਆਈ ਕਾਰਡ ਆਫ ਦਾ ਇੰਡੀਅਨ ਕਨਸਟੀਟਿਊਸ਼ਨ। ਸੋ ਜਿਹੜਾ ਪ੍ਰੀਐਂਬਲ ਦਾ ਆਈਡੀਆ ਉਹ ਕਿਹੜੀ ਕੰਟਰੀ ਤੋਂ ਲਿਆ ਹੋਇਆ ਆਪਾਂ, USA ਤੋਂ। ਠੀਕ ਹੈ, ਪ੍ਰੀਐਂਬਲ ਹੈ ਜਿਹੜਾ ਇਹ ਇੱਕ ਵਾਰੀ ਅਮੈਂਡ ਹੋਇਆ, ਮਤਲਬ ਕਿ ਇੱਕ ਵਾਰੀ ਇਹ 'ਚ ਸੋਧ ਕੀਤੀ ਗਈ ਹੈ 42 ਅਮੈਂਡਮੈਂਟ ਨਹੀਂ, 42 ਅਮੈਂਡਮੈਂਟ ਹੋਈ ਸੀ 1976 ਦੇ ਵਿੱਚ, 76 'ਚ। ਸੋ ਇਹ 'ਚ 3 ਵਰਡ ਐਡ ਕੀਤੇ ਸੀ ਅਸੀਂ, ਸੋਸ਼ਲਿਸਟ, ਸੈਕੂਲਰ ਤੇ ਇੰਟੈਗ੍ਰਿਟੀ। ਤਿੰਨ ਵਰਡ ਆਪਾਂ ਅਮੈਂਡ ਕੀਤੇ ਸੀ। ਸੋ ਨੈਕਸਟ ਹੈ, ਦ ਕਨਸੈਪਟ ਆਫ ਯੂਨੀਅਨ ਆਫ ਸਟੇਟਸ ਇਨ ਦ ਇੰਡੀਅਨ ਕਨਸਟੀਟਿਊਸ਼ਨ ਹੈਜ਼ ਬੀਨ ਡਰਾਈਵਡ ਫਰੋਮ। ਵੀ ਸਾਡਾ ਇੱਕ ਦੇਸ਼ ਕੀ ਹੈ, ਸਟੇਟਾਂ ਦੀ ਇੱਕ ਯੂਨੀਅਨ ਹੈ, ਇਹ ਆਪਾਂ ਕਨਸੈਪਟ ਕਿੱਥੋਂ ਬਾਰੋ ਕੀਤਾ ਹੋਇਆ। ਫੋਰਥ ਹੈਗਾ ਸੀ, ਬ੍ਰਿਟਿਸ਼ ਨਾਰਥ ਅਮਰੀਕਾ ਐਕਟ, ਬ੍ਰਿਟਿਸ਼ ਨਾਰਥ ਅਮਰੀਕਾ ਐਕਟ। Next है क्वेश्चन, the feature of federal system of Indian constitution is inspired by the constitution of। भी ਜਿਹੜਾ ਸਾਡਾ ਫੈਡਰਲ ਸਿਸਟਮ ਹੈ, ਫੈਡਰਲ ਦਾ ਮਤਲਬ ਇਹ ਹੁੰਦਾ ਹੈ ਵੀ ਸੈਂਟਰ ਦੀ ਸਰਕਾਰ ਕੋਲ ਪਾਵਰਾਂ ਜ਼ਿਆਦਾ ਹੋਣ ਤਾਂ ਸਟੇਟ ਦੀ ਸਰਕਾਰ ਕੋਲ ਪਾਵਰਾਂ ਘੱਟ ਹੋਣ। ਤਾਂ ਇਹ ਕਨਸੈਪਟ ਕਿੱਥੋਂ ਸਿੱਖਿਆ ਹੋਇਆ ਸੀ, ਕੈਨੇਡਾ ਤੋਂ। ਨੈਕਸਟ ਕੁਐਸਚਨ ਹੈ 6, the Indian parliament system is different from the British parliament system in that India has। ਮਤਲਬ ਕਿ ਜਿਹੜੀ ਸਾਡੀ ਪਾਰਲੀਮੈਂਟ ਹੈ ਇਹ ਬ੍ਰਿਟਿਸ਼ ਤੋਂ ਕਿਵੇਂ ਵੱਖ ਹੈ। 6 ਦਾ ਹੈਗਾ ਤੁਹਾਡਾ ਡੀ, ਕਿਉਂਕਿ ਜੁਡੀਸ਼ੀਅਲ ਰਿਵਿਊ ਕਰਕੇ। ਸੋ ਨੈਕਸਟ ਕੁਐਸਚਨ ਹੈ, the system of judicial review exist in। ਆਪਾਂ ਪਹਿਲਾਂ ਵੀ ਕਰਕੇ ਆਏ ਹਾਂ, ਕਿੱਥੋਂ ਲਿਆ, ਕਿੱਥੇ ਐਗਜ਼ਿਸਟ ਕਰਦਾ, ਵੀ ਕਿੱਥੇ ਹੈਗਾ ਇਹ। 7 ਦਾ ਹੈਗਾ ਤੁਹਾਡਾ ਸੀ। ਦੇਖੋ ਆਪਾਂ ਇੰਡੀਆ ਤੋਂ ਜੁਡੀਸ਼ੀਅਲ ਰਿਵਿਊ ਬਾਰੋ ਕੀਤਾ, ਸੌਰੀ USA ਤੋਂ, ਤਾਂ ਇੰਡੀਆ ਨੇ ਕੀਤਾ, ਇੰਡੀਆ ਇਹ ਵੀ ਆਊਗਾ, ਦੋਵੇਂ ਉੱਤਰ ਆ ਜਾਣਗੇ ਤੁਹਾਡੇ, ਸੀ ਆ ਜਾਊਗਾ। ਨੈਕਸਟ ਹੈ, ਵਿਚ ਆਫ ਦੀ ਫੋਲੋਇੰਗ ਕਰੈਕਟਰਿਸਟਿਕਸ ਇਨ ਕਾਮਨ ਬਿਟਵੀਨ ਫੈਡਰਲ ਸਿਸਟਮ ਆਫ ਇੰਡੀਆ ਐਂਡ ਅਮਰੀਕਾ। ਮਤਲਬ ਕਿ ਅਮਰੀਕਾ ਤੇ ਇੰਡੀਆ ਦੀ ਕਿਹੜੀ ਫੈਡਰਲ ਸਟਰਕਚਰ ਦੇ ਵਾਸਤੇ ਚੀਜ਼ ਸਾਂਝੀ ਹੈ। 8 ਦਾ ਹੈਗਾ ਤੁਹਾਡਾ ਡੀ, ਫੈਡਰਲ ਸੁਪਰੀਮ ਕੋਰਟ of interpretation of the constitution, D ਆਊਗਾ ਜਿੰਦਾ। ਸੋ ਨੈਕਸਟ ਹੈ 9th ਕੁਐਸਚਨ,
ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਟਰੂ, ਕਿਹੜੀ ਸਟੇਟਮੈਂਟ ਹੈ ਜਿਹੜੀ ਇਹਨਾਂ ਦੇ ਵਿੱਚੋਂ ਟਰੂ ਹੈ। 9th ਦਾ ਹੈਗਾ ਇਹ ਟਰੂ ਹੈ ਤੁਹਾਡੀ, ਦ ਫੈਡਰਲ ਫਾਰਮ ਆਫ ਗਵਰਨਮੈਂਟ ਇਨ ਯੂਨਾਈਟਿਡ ਸਟੇਟ ਆਫ ਅਮਰੀਕਾ। ठीक है जी। नेक्स्ट क्वेश्चन है कनकरेंट लिस्ट इनक्लूडेड इन इंडियन कॉन्स्टिट्यूशन इज गिवन बाय, जी कनकरेंट लिस्ट है वो कितों ਲਈ है, यह ਆਪਾਂ ਲਈ है ਆਸਟ੍ਰੇਲੀਆ ਤੋਂ। कनकरेंट लिस्ट अपने को 3 प्रकार ਦੀਆਂ ਲਿਸਟਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਇੱਕ ਹੁੰਦੀ ਹੈ यूनियन लिस्ट, ਇੱਕ ਹੁੰਦੀ ਹੈ कनकरेंट लिस्ट, ਇੱਕ ਹੁੰਦੀ ਹੈ ਆਪਣੀ स्टेट लिस्ट। ਇਹ ਲਿਸਟਾਂ ਦੇ ਵਿੱਚ ਕਾਨੂੰਨ ਬਣਾਏ ਜਾਂਦੇ ਨੇ। यूनियन ਤੋਂ ਆਪਾਂ ਨੂੰ ਕਨਫਰਮ ਹੋ ਚੁੱਕਿਆ ਜਿੱਥੇ ਕੱਲੀ ਸੈਂਟਰ ਦੀ ਸਰਕਾਰ ਕਾਨੂੰਨ ਬਣਾ ਸਕਦੀ ਹੈ, ਉਹ ਸਾਰੇ ਜਿੰਨੇ ਵੀ ਸਬਜੈਕਟ ਹੋਣਗੇ, ਮੈਟਰ ਹੋਣਗੇ, ਕਿੰਚ ਰੱਖੇ ਜਾਣਗੇ ਉਹ यूनियन ਲਿਸਟ ਦੇ ਵਿੱਚ। ਕਨਕਰੈਂਟ ਲਿਸਟ ਜਿੰਦੇ 'ਚ ਸਟੇਟ ਤੇ ਸੈਂਟਰ ਦੀਆਂ ਸਰਕਾਰਾਂ, ਇੱਥੇ ਕੱਲੀ ਸੈਂਟਰ ਦੀ ਸਰਕਾਰ ਸੀ, ਇੱਥੇ ਸਟੇਟ ਪਲੱਸ ਸੈਂਟਰ ਦੀਆਂ ਸਰਕਾਰਾਂ ਆਪਸ 'ਚ ਮਿਲ ਕੇ ਕਾਨੂੰਨ ਬਣਾਉਣਗੀਆਂ। ਇਹ ਸਾਰੇ ਸਬਜੈਕਟ ਕਿੱਥੇ ਰੱਖੇ ਜਾਣਗੇ? ਕਨਕਰੈਂਟ ਲਿਸਟ ਵਿੱਚ। ਤਾਂ ਆਪਣੀ ਇੰਡੀਆ ਇੱਕ ਫੈਡਰਲ ਕੰਟਰੀ ਹੈ, ਸੈਂਟਰ ਦੀ ਸਰਕਾਰ ਕੋਲ ਪਾਵਰਾਂ ਜ਼ਿਆਦਾ ਨੇ, ਇਸ ਕਰਕੇ ਜਿਹੜੀ ਕਨਕਰੈਂਟ ਲਿਸਟ ਹੈ ਉਹ ਉਸ ਦੇ ਵਿੱਚ ਸਬਜੈਕਟ ਐਡ ਕਰਨ ਵਾਸਤੇ ਤੁਹਾਡੀ ਸੈਂਟਰ ਦੀ ਸਰਕਾਰ ਕੋਲ ਪਾਵਰਾਂ ਜ਼ਿਆਦਾ ਹੋਣਗੀਆਂ। ਸਟੇਟ ਲਿਸਟ ਜਿੱਥੇ ਓਨਲੀ ਸਟੇਟ ਦੀ ਸਰਕਾਰ ਕਾਨੂੰਨ ਬਣਾ ਸਕਦੀ ਹੈ, ਬਟ ਡਿਊਰਿੰਗ ਐਮਰਜੈਂਸੀ ਦੇ ਦੌਰਾਨ ਸਟੇਟ ਲਿਸਟ ਦੇ ਉੱਪਰ ਕੋਈ ਵੀ ਕਾਨੂੰਨ ਬਣਾ ਸਕਦੀ ਹੈ ਤੁਹਾਡੀ ਸੈਂਟਰ ਦੀ ਗਵਰਨਮੈਂਟ। ਨੈਕਸਟ ਹੈ ਦ ਆਈਡੀਆ ਆਫ ਕਨਕਰੈਂਟ ਲਿਸਟ in the Indian constitution has been borrowed from, ਵੀ ਆਪਾਂ ਜਿਹੜਾ ਕਨਕਰੈਂਟ ਦਾ ਆਈਡੀਆ ਕਿੱਥੋਂ ਲਿਆ? ਕਨਕਰੈਂਟ ਲਿਸਟ ਦਾ ਹੁਣੀ ਕਰਕੇ ਆਏ ਜੀ ਆਸਟ੍ਰੇਲੀਆ। the framer of the constitution of India borrowed the concept of the concurrent list, ਫਿਰ ਉਹੀ ਕੁਐਸਚਨ ਆ ਗਿਆ ਜੀ, described in the 7th schedule from the constitution। ਹੁਣ ਜਿੰਨੀਆਂ ਵੀ ਤਿੰਨੇ ਲਿਸਟਾਂ ਨੇ ਆਪਣੀਆਂ ਉਹ 7th schedule 'ਚ ਨੇ, ਆਪਣੀਆਂ 7th schedule 'ਚ। ਠੀਕ ਹੈ ਜੀ। ਸੋ ਇਹ ਵੀ ਕਿੱਥੋਂ ਸਿੱਖਿਆ ਜੀ ਆਪਾਂ? ਆਸਟ੍ਰੇਲੀਆ ਤੋਂ। ਨੈਕਸਟ ਕੁਐਸਚਨ ਹੈ ਇਨ ਇੰਡੀਅਨ ਕਨਸਟੀਟਿਊਸ਼ਨ ਹੈਜ਼ ਟੇਕਨ ਦਾ ਸਰਟਨ ਫੀਚਰ ਆਫ ਦਾ ਕਨਸਟੀਟਿਊਸ਼ਨ ਆਫ ਅਦਰ ਕੰਟਰੀਜ਼, ਵਿਚ ਕੰਟਰੀ ਹੈਜ਼ ਕੰਟਰੀਬਿਊਟਡ ਟੂ ਫਰੇਮਿੰਗ ਦਾ ਫਰੇਮਿੰਗ ਆਫ ਦਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਉਹ ਹੁੰਦਾ ਜੀ ਜੋ ਸਾਡੀਆਂ ਸਰਕਾਰਾਂ ਨੇ ਸਾਨੂੰ ਸਕੀਮਾਂ ਦੇਣੀਆਂ ਨੇ। ਇਹ ਆਪਾਂ ਕਿੱਥੋਂ ਸਿੱਖਿਆ ਹੈ ਜੀ? ਆਇਰਲੈਂਡ ਤੋਂ। ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਨੇ ਇਹ ਨॉन ਜਸਟੀਏਬਲ ਨੇ, ਮਤਲਬ ਕਿ ਇਹਨਾਂ ਦਾ ਨਿਆਂ ਸਾਨੂੰ ਨਹੀਂ ਮਿਲ ਸਕਦਾ। ਸੋ ਇਹ ਸਾਡੇ 4 ਨੰਬਰ ਪਾਰਟ ਦੇ ਵਿੱਚ ਆਉਂਦੇ ਨੇ, ਪਾਰਟ ਨੰਬਰ 4 'ਚ ਆਉਂਦੇ ਨੇ। ਤੇ ਜਿਹੜੇ ਇਹਦੇ ਆਰਟੀਕਲ ਨੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਹੈਗੇ ਨੇ 36 ਤੋਂ 51 ਤੱਕ। 14ਵਾਂ ਕੁਐਸਚਨ ਹੈ ਜੀ 14 ਇਨ ਗਿਵਿੰਗ representation to talent, experience and service in the composition of the council of states। ਪਹਿਲੀ ਗੱਲ ਤਾਂ council of state ਕਿਹਨੂੰ ਕਹਿੰਦੇ ਆ ਜੀ ਆਪਾਂ? ਲੋਕ ਸਭਾ ਨੂੰ। the constitution makers of the Indian were influenced by the example of। 14 ਦਾ ਕੀ ਉੱਤਰ ਹੈ ਜੀ ਆਪਣਾ? A ਆਇਰਿਸ਼ ਰਿਪਬਲਿਕ, ਜਾਂ ਇੱਥੇ ਆਇਰਲੈਂਡ ਵੀ ਆ ਸਕਦਾ ਜੀ ਕਈ ਵਾਰੀ, ਆਇਰਲੈਂਡ। नेक्स्ट क्वेश्चन है द कंसैप्ट ऑफ फंडामेंटल ड्यूटीज हैज़ बीन टेकन फ्रॉम। फंडामेंटल ड्यूटीज का जोड़ा आइडिया वो आप कितों लिया है जी? वो आप लिया है रशिया या फॉर्मर सोवियत यूनियन कॉन्स्टिट्यूशन। कई बार पेपर के USSR भी आ सकता, USSR। सारे बच्चों ने कंसैप्ट करके दसना भी USSR का मतलब की है। ਜਿਹੜੀਆਂ फंडामेंटल ड्यूटी ने साडे जो ਅਸੀਂ ਇਨਸਾਨਾਂ ਦੇ ਜੋ ਫਰਜ਼ ਬਣਦੇ ਨੇ ਸਾਡੇ ਦੇਸ਼ ਪ੍ਰਤੀ, ਜਿਵੇਂ ਕਿ ਨੈਸ਼ਨਲ ਫਰੀडम ਫਾਈਟਰ ਨੇ ਉਹਨਾਂ ਦੀ ਰਿਸਪੈਕਟ ਕਰਨੀ ਹੈ, ਜਾਂ ਨੈਸ਼ਨਲ ਫਲੈਗ ਜਦੋਂ ਆਪਾਂ ਝੰਡਾ ਲਹਿਰਾਉਂਦੇ ਹਾਂ ਉਹਦੀ ਰਿਸਪੈਕਟ ਦੇ ਵਿੱਚ ਖੜੇ ਹੋਣਾ, ਜਨ ਗਣ ਮਨ ਨੈਸ਼ਨਲ ਸੌਂਗ ਹੈ ਜਾਂ ਨੈਸ਼ਨਲ ਐਂਥਮ ਗਾਉਣ ਵੇਲੇ ਆਪਾਂ ਰਿਸਪੈਕਟ ਦੇਣੀ ਹੈ, ਦੇਸ਼ ਦੇ ਵਿੱਚ ਭਾਈਚਾਰਕ ਸਾਂਝ ਨਾਲ ਰਹਿਣਾ। ਇਹ ਸਾਰੀਆਂ ਸਾਡੀਆਂ ਕੀ ਬਣਦੀਆਂ ਨੇ? ਫੰਡਾਮੈਂਟਲ ਡਿਊਟੀਜ਼। ਫੰਡਾਮੈਂਟਲ ਡਿਊਟੀਜ਼ 4A ਪਾਰਟ ਦੇ ਵਿੱਚ ਆਉਂਦੀਆਂ ਨੇ। ਠੀਕ, 51 ਇਹਨਾਂ ਦਾ ਆਰਟੀਕਲ ਹੈ 51A। ਤਾਂ 42 ਅਮੈਂਡਮੈਂਟ 1976 ਦੇ ਵਿੱਚ ਆਪਾਂ ਕੀ ਕੀਤੇ ਸੀ? ਐਡ ਕੀਤੀਆਂ ਸੀ। ਓਰੀਜਨਲੀ ਸਾਡੀਆਂ ਫੰਡਾਮੈਂਟਲ ਡਿਊਟੀ ਕਿੰਨੀਆਂ ਸੀ? 10, ਬਟ ਪ੍ਰੈਜ਼ੈਂਟ ਟਾਈਮ ਕਿੰਨੀਆਂ ਨੇ ਸਾਡੀਆਂ? 11। ਇੱਕ ਫੰਡਾਮੈਂਟਲ ਡਿਊਟੀ ਸੀ ਅਮੈਂਡ ਕੀਤੀ ਸੀ, ਉਹ ਹੈਗੀ ਸੀ ਸਾਡੀ ਰਾਈਟ ਟੂ ਐਜੂਕੇਸ਼ਨ।
ਰਾਈਟ ਟੂ ਐਜੂਕੇਸ਼ਨ। ਸੋ ਜਿਹੜੀਆਂ ਫੰਡਾਮੈਂਟਲ ਡਿਊਟੀਆਂ ਅਸੀਂ 11ਵੀਂ ਅਮੈਂਡ ਕੀਤੀ ਉਹ ਹੈਗੀ ਸੀ ਸਾਡੀ 86 ਅਮੈਂਡਮੈਂਟ, ਇਹ 2002 ਚ ਹੋਈ ਸੀ। ਤਾਂ ਕਿਹੜੀ ਕਮੇਟੀ ਨੇ ਰეკਮੈਂਡ ਕੀਤਾ ਸੀ, ਕਿਸ ਕਮੇਟੀ ਦੀਆਂ ਸਿਫਾਰਿਸ਼ਾਂ ਨਾਲ ਅਸੀਂ ਫੰਡਾਮੈਂਟਲ ਡਿਊਟੀਆਂ ਲੈ ਕੇ ਆਏ ਸੀ? ਸਵਰਨ ਸਿੰਘ ਕਮੇਟੀ, ਸਵਰਨ ਸਿੰਘ ਕਮੇਟੀ। ਸੋ ਨੈਕਸਟ ਹੈ ਦਾ ਕੰਸੈਪਟ ਆਫ ਫੰਡਾਮੈਂਟਲ ਰਾਈਟਸ। ਜਿਹੜਾ ਆਪਾਂ ਕੰਸੈਪਟ ਆਫ ਫੰਡਾਮੈਂਟਲ ਰਾਈਟਸ ਦਾ ਲਿਆ ਉਹ ਕਿੱਥੋਂ ਲਿਆ ਹੋਇਆ? ਆਪਾਂ USA ਤੋਂ। ਫੰਡਾਮੈਂਟਲ ਰਾਈਟ ਜੋ ਸਾਡੇ ਮੌਲਿਕ ਅਧਿਕਾਰ ਬਣਦੇ ਨੇ, ਜਦੋਂ ਓਰੀਜਨਲੀ ਸਾਡਾ ਸੰਵਿਧਾਨ ਬਣਿਆ ਸੀ ਸਾਡੇ 7 ਫੰਡਾਮੈਂਟਲ ਰਾਈਟ ਸੀ, ਬਟ ਪ੍ਰੈਜ਼ੈਂਟ ਕਿੰਨੇ ਨੇ? 6। ਇੱਕ ਅਸੀਂ ਡਿਲੀਟ ਕਰਤਾ, ਕਿਹੜਾ? ਰਾਈਟ ਟੂ ਪ੍ਰੋਪਰਟੀ, ਸੰਪत्ति ਦਾ ਅਧਿਕਾਰ, ਸੰਪत्ति ਦਾ ਅਧਿਕਾਰ। ਇਹ ਕਿਹੜੀ ਅਮੈਂਡਮੈਂਟ ਨਾਲ ਕੀਤਾ ਸੀ? 44th ਅਮੈਂਡਮੈਂਟ। ਇਹ ਕਦੋਂ ਹੋਈ ਸੀ? 1978। ਪਹਿਲਾਂ ਜਿਹੜਾ ਰਾਈਟ ਟੂ ਸੰਪत्ति ਦਾ ਅਧਿਕਾਰ ਹੁੰਦਾ ਸੀ, ਆਪਣਾ ਆਰਟੀਕਲ ਹੁੰਦਾ ਸੀ 31 ਹੁੰਦਾ ਸੀ। ਹੁਣ ਜਿਹੜਾ ਸ਼ਾਮਲ ਕੀਤਾ ਹੋਇਆ ਸੀ ਰਾਈਟ ਟੂ ਪ੍ਰੋਪਰਟੀ ਉਹ 300A ਹੈ, ਆਰਟੀਕਲ 300A। ਇਹ ਹੁਣ ਕੀ ਹੈ? ਲੀਗਲ ਰਾਈਟ ਹੈ, ਲੀਗਲ ਰਾਈਟ ਹੈ ਜੀ। The tradition of written constitution begin from which of the following country? ਵੀ ਆਪਾਂ ਜਿਹੜਾ constitution ਸਾਡਾ written ਹੈ ਕੰਟਰੀ ਦਾ, ਤਾਂ ਅਸੀਂ ਇਹ ਕਿੱਥੋਂ ਸਿੱਖਿਆ? 17 ਦਾ ਹੈਗਾ ਸਾਡਾ D, ਅਮਰੀਕਾ, USA। Of the following political feature which is are common to India and the USA? ਮਤਲਬ ਕਿ ਇੰਡੀਆ ਤੇ USA ਦੇ ਵਿਚਾਲੇ ਜਿਹੜੇ ਕਾਮਨ ਫੀਚਰ ਨੇ, ਪੋਲੀਟੀਕਲ ਫੀਚਰ ਕਿਹੜੇ ਨੇ? ਦੇਖਦੇ ਹਾਂ ਜੀ। ਇਹਦਾ ਆਨਸਰ ਕੀ ਆਊਗਾ? 18 ਦਾ ਤੁਹਾਡਾ A ਹੈ, ਮਤਲਬ ਕਿ 3 ਓਨਲੀ। ਪ੍ਰੈਜ਼ੀਡੈਂਟ ਹੈਜ਼ ਟੂ ਦਾ ਪਾਵਰ ਆਫ ਪਾਕਟ ਵਿਟੋ। ਪਾਕਟ ਵਿਟੋ ਦਾ ਮਤਲਬ ਕੀ ਹੁੰਦਾ ਹੈ? ਵਿਟੋ ਪਾਵਰ ਵੈਸੇ 3 ਤਰ੍ਹਾਂ ਦੀ ਹੁੰਦੀ ਹੈ, ਪ੍ਰੈਜ਼ੀਡੈਂਟ ਯੂਜ਼ ਕਰ ਸਕਦਾ ਹੈ। ਇੱਕ ਹੁੰਦੀ ਹੈ ਐਬਸੋਲਿਊਟ ਵਿਟੋ, ਐਬਸੋਲਿਊਟ ਵਿਟੋ। ਐਬਸੋਲੂਟ ਵਿਟੋ A, ਐਬਸੋਲੂਟ ਵਿਟੋ। ਇੱਕ ਹੁੰਦੀ ਹੈ ਸਸਪੈਂਸਿਵ ਵਿਟੋ, ਇੱਕ ਹੁੰਦੀ ਤੁਹਾਡੀ ਪਾਕਟ ਵਿਟੋ। ਐਬਸੋਲੂਟ ਵਿਟੋ ਦਾ ਮਤਲਬ ਪਾਵਰ ਦਾ ਇਹ ਹੁੰਦਾ ਹੈ ਜਦੋਂ ਪ੍ਰੈਜ਼ੀਡੈਂਟ ਪ੍ਰੋਪਰ ਤੌਰ ਤੇ ਕਿਸੇ ਬਿੱਲ ਨੂੰ ਕੀ ਕਰ ਦਿੰਦਾ? ਨਾ ਕਰ ਦਿੰਦਾ। ਕਿਸੇ ਬਿੱਲ ਨੂੰ ਕੀ ਕਰ ਦਿੰਦਾ? ਰਿਜੈਕਟ ਕਰ ਦਿੰਦਾ। ਮਤਲਬ ਕੀ ਕਰ ਦਿੰਦਾ? ਰਿਜੈਕਟ। ਸਸਪੈਂਸਿਵ ਵਿਟੋ ਦੇ ਵਿੱਚ ਕੀ ਹੁੰਦਾ? ਜਦੋਂ ਪ੍ਰੈਜ਼ੀਡੈਂਟ ਕਿਸੇ ਵੀ ਬਿੱਲ ਨੂੰ ਰੀਕਨਸੋਲੀਡੇਸ਼ਨ ਵਾਸਤੇ ਭੇਜਦਾ, ਜਾਂਚ ਪੜਤਾਲ ਵਾਸਤੇ ਭੇਜਦਾ। ਪਾਕਟ ਵਿਟੋ ਕੀ ਹੈ? ਜਦੋਂ ਪ੍ਰੈਜ਼ੀਡੈਂਟ ਕਿਸੇ ਵੀ ਬਿੱਲ ਨੂੰ ਆਪਣੇ ਕੋਲ ਹੋਲਡ ਕਰਕੇ ਰੱਖ ਲੈਂਦਾ। ਤਾਂ ਇੰਡੀਆ ਤੇ USA ਦਾ ਇਹ ਕੀ ਹੈ? ਕਾਮਨ ਫੀਚਰ ਹੈ। ਨੈਕਸਟ ਕੁਐਸਚਨ ਹੈ ਮੈਚ ਲਿਸਟ 1 with list 2 and select the correct answer using the code below the list is। ਜਿਵੇਂ ਕਿ ਫੰਡਾਮੈਂਟਲ ਰਾਈਟ ਕਿੱਥੋਂ ਲਏ ਹੋਏ ਨੇ ਅਸੀਂ? USA ਤੋਂ। ਮਤਲਬ ਕਿ ਫਸਟ ਦਾ ਕੀ ਬਣੂਗਾ? 2। ਪਹਿਲੇ ਫਸਟ ਦਾ ਕੀ ਬਣੂਗਾ? 2। ਅੱਗੇ ਹੈਗਾ ਪਾਰਲੀਮੈਂਟਰੀ ਸਿਸਟਮ। ਪਾਰਲੀਮੈਂਟਰੀ ਸਿਸਟਮ ਅਸੀਂ ਕਿੱਥੋਂ ਲਿਆ? ਯੂਨਾਈਟਿਡ ਕਿੰਗਡਮ। ਅੱਗੇ ਐਮਰਜੈਂਸੀ ਪ੍ਰੋਵੀਜ਼ਨ ਕਿੱਥੋਂ ਲਈ ਜੀ ਅਸੀਂ? ਐਮਰਜੈਂਸੀ ਪ੍ਰੋਵੀਜ਼ਨ ਆਇਰਲੈਂਡ ਤੋਂ। ਠੀਕ ਹੈ ਜੀ। ਸੋ ਤੇ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਕਿੱਥੋਂ ਲਈ ਸੀ? ਆਇਰਲੈਂਡ ਤੋਂ। ਤਾਂ ਇਹਦਾ ਉੱਤਰ ਕੀ ਆਊਗਾ ਤੁਹਾਡਾ? C ਆਊਗਾ। ਫੰਡਾਮੈਂਟਲ ਰਾਈਟ USA, ਪਾਰਲੀਮੈਂਟਰੀ ਸਿਸਟਮ UK, ਐਮਰਜੈਂਸੀ ਪ੍ਰੋਵੀਜ਼ਨਸ ਜਰਮਨੀ ਤੇ DPSP ਆਇਰਲੈਂਡ। ਮੈਚ ਲਿਸਟ 1 ਵਿਦ ਲਿਸਟ 2, ਫਿਰ ਇਦਾਂ ਦਾ ਮਿਲਾਉਣ ਵਾਲਾ ਆ ਗਿਆ ਤੁਹਾਡਾ। 21 ਦਾ ਹੈਗਾ ਤੁਹਾਡਾ D, ਮਤਲਬ ਕਿ ਫੰਡਾਮੈਂਟਲ ਰਾਈਟ USA 4 ਆਊਗਾ। ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਆਇਰਿਸ਼ ਜਾਂ ਆਇਰਲੈਂਡ। ਕੈਬਨਿਟ ਗਵਰਨਮੈਂਟ ਤੁਹਾਡਾ ਕੀ ਆਊਗਾ? ਬ੍ਰਿਟਿਸ਼ ਕੌਨਸਟੀਟਿਊਸ਼ਨ।
यूनियन स्टेट रिलेशन किंतु की होगा जी कनेडा कॉन्स्टिट्यूशन। नैक्सट क्वेश्चन फिर मैच दी फॉलोइंग 22 का 22 का है तुहाडा डी रूल ऑफ लॉ कित्थों लिया है जी असीं इंग्लैंड तो या ब्रिटिश कॉन्स्टिट्यूशन तो। प्रोसीजर एस्टैबलिश बाय लॉ ये कित्थों लिया है जी जापान तो। नैक्सट है रिवर्सिंग ऑफ बिल बाय गवर्नर टू फॉर प्रेजिडेंट कंसोलीडेशन जांच पड़ताल वास्ते जो बिल जाता। सी का की है तुहाडा कनेडा। उस तो बाद कनकरेंट लिस्ट कित्थों ਲਈ ਆਪਾਂ ਆਸਟ੍ਰੇਲੀਆ तो जी। सो तो 23 क्वेश्चन है 23 ਦਾ ਹੈਗਾ डी मैच द फॉलोइंग जिवें DPSP कित्थों लए होए ने ਆਪਾਂ आयरलैंड तो मतलब कि एक का की आऊगा 3। उस तो बाद फंडामेंट राइट USA 2 का की आऊगा अपना B। नैक्सट आऊगा कनकरेंट लिस्ट फॉर यूनियन स्टेट रिलेशन ये कित्थों लिया है जी ਆਪਾਂ ਆਸਟ੍ਰੇਲੀਆ। अगले लास्ट का की आऊगा अपना इंडिया एज द यूनियन ऑफ स्टेट्स ये कित्थों लिया जी ਆਪਾਂ कनेडा। सो ठीक है दोस्तों कल नवीं वीडियो के नाल मिलते हाँ। किसी ने ऑफलाइन क्लासां लाउणियां हन तो लगा सकता है। सो जिन्ने भी ऑनलाइन या ऑफलाइन क्लासां बारे कोई जानकारी लैनी है इन्फॉर्मेशन लैनी है तो इस नंबर पर कॉन्टैक्ट कर सकता है। सो कल नवीं वीडियो के नाल मिलते हैं। तद तक लिए धन्यवाद। सत श्री अकाल।